बट करना की चाहिए, हाउ टू लर्न दैट कि आप बॉडी पैराग्राफ्स किवें लिखीए। ਤੁਸੀਂ सिर्फ भी आप टास्क लिख रहे हैगे आ वो फुली ਉਹਨੂੰ एक्सप्लेन करता ਹੋਵੇ ਜਾਂ फुली सैटिस्फाइज ऑल द रिक्वायरमेंट्स ऑफ 6 कमेंट्स एग्जामिनर होर करता हैगा अपने ਜਿਹੜੀ आंसर शीट ਹੁੰਦੀ ਹੈ ਉਸ ਤੇ। ਉਹਨਾਂ 'ਚ फर्स्ट हैगा ਤਾਂ ਇੱਕ ਆਈਡੀਆ, ਉਸ ਦੀ एक्सप्लेनेशन प्लस ਉਸ ਦੀ एग्जाम्पल। यू नीड टू वर्क ऑन इट, राइट एटलीस्ट 150 वर्ड्स। ਤਾਂ टास्क ਦੀ रिक्वायरमेंट ਕੀ ਆ, ਉਹ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਜੀ ਅਰਸ਼ਦੀਪ ਸਿੰਘ ਸਿੱਧੂ ਤੇ ਐਂਡ ਆਈ ਐਮ ਓਨਰ ਆਫ ਗ੍ਰੈਬ ਆਇਲਸ। ਤੇ ਅੱਜ ਆਪਾਂ ਗੱਲ ਕਰਾਂਗੇ ਆਇਲਸ ਰਾਈਟਿੰਗ ਬਾਰੇ। ਤਾਂ ਆਪਾਂ ਸਟਾਰਟ ਕਰਦੇ ਹਾਂ ਕਿ ਐਜ਼ ਅ ਸਟੂਡੈਂਟ ਤੁਸੀਂ ਕੀ ਕਰ ਸਕਦੇ ਹੋ ਜਾਂ ਤੁਹਾਨੂੰ ਕੀ ਕਰਨਾ ਚਾਹੀਦਾ ਜੇ ਤੁਸੀਂ ਰਾਈਟਿੰਗ ਦੇ ਵਿੱਚ ਅੱਛਾ ਬੈਂਡ ਸਕੋਰ ਲਿਆਉਣਾ ਚਾਹੁੰਦੇ ਹੋ। ਤਾਂ ਇਫ ਯੂ ਆਰ ਆਲਰੇਡੀ ਆਇਲਸ ਸਟੂਡੈਂਟ ਤਾਂ ਤੁਹਾਨੂੰ ਕਿਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਕਿ ਲਰਨਿੰਗ ਸ਼ੁੱਡ ਬੀ ਸਲੋ ਐਂਡ ਸਟੈਪ ਬਾਈ ਸਟੈਪ। ਫੋਰ ਐਗਜ਼ਾਮਪਲ ਟੀਚਰ ਜਦੋਂ ਵੀ ਤੁਹਾਨੂੰ ਸਟਾਰਟ ਕਰਨਗੇ ਤਾਂ ਉਹਨਾਂ ਨੇ ਟਾਸਕ 1 ਤੋਂ ਸਟਾਰਟ ਕਰਨਾ ਪੜ੍ਹਾਉਣਾ, ਠੀਕ। ਉੱਥੇ ਤੁਹਾਨੂੰ ਦੱਸਣਗੇ ਇੰਟਰੋਡਕਸ਼ਨ, ਓਵਰਵਿਊ, ਬੋਡੀ ਪੈਰਾਗ੍ਰਾਫਸ। ਤਾਂ ਤੁਸੀਂ ਫਸਟ ਡੇ ਇੱਦਾਂ ਨਹੀਂ ਟਰਾਈ ਕਰਨਾ ਕਿ ਤੁਸੀਂ ਸਾਰਾ ਟਾਸਕ ਸਿੱਖ ਲਓ। ਫਸਟ ਡੇ ਤੁਹਾਡਾ ਟਾਰਗੇਟ ਹੋਣਾ ਚਾਹੀਦਾ ਕਿ ਤੁਸੀਂ ਪਹਿਲਾਂ ਇੱਕ ਸੈਂਟੈਂਸ ਸਿੱਖੋ ਕਿ ਆਪਾਂ ਇੰਟਰੋਡਕਸ਼ਨ ਤੋਂ ਸਟਾਰਟ ਕਰੀਏ। ਤੁਸੀਂ ਦੇਖੋ ਕਿ ਆਪਾਂ ਇੰਟਰੋਡਕਸ਼ਨ ਦੇ ਵਿੱਚ ਕੀ ਲਿਖਣਾ ਹੁੰਦਾ, ਰਾਈਟ। ਤੁਸੀਂ ਇੱਕ ਇੰਟਰੋਡਕਸ਼ਨ ਲਿਖੀ, ਉਹਨਾਂ ਨੇ ਤੁਹਾਨੂੰ ਹੋਮਵਰਕ ਦਿੱਤਾ ਜਾਂ ਤੁਸੀਂ ਕਰ ਰਹੇ ਹੈਗੇ ਹੋ ਘਰੇ ਪ੍ਰੈਕਟਿਸ, ਤਾਂ ਤੁਸੀਂ 8-10 ਟੌਪਿਕ ਚੱਕ ਲਓਗੇ ਤਾਂ ਇੰਟਰਨੈਟ ਵਿਲ ਹੈਲਪ ਯੂ ਆਊਟ, ਰਾਈਟ। ਉਹ ਹਰ ਇੱਕ ਚੀਜ਼ ਹੈਲਪ ਕਰਦਾ ਹੀ ਕਰਦਾ ਸਟੂਡੈਂਟਸ ਦੀ। ਤਾਂ ਆਪਾਂ ਕੀ ਕਰਨਾ, ਆਪਾਂ ਸਿਰਫ ਇੰਟਰੋਡਕਸ਼ਨ 'ਤੇ ਫੋਕਸ ਕਰਨਾ। ਤੁਸੀਂ ਇੱਕ ਦਿਨ ਸਿਰਫ ਕੱਲੀ ਇੰਟਰੋਡਕਸ਼ਨ ਲਿਖਣੀ ਸਿੱਖੋ, 8-10 ਦੀ ਖੁਦ ਲਿਖ ਕੇ ਦੇਖੋ, ਉਹਨਾਂ ਦੇ ਸੈਂਪਲ ਆਂਸਰ ਚੈੱਕ ਕਰੋ ਕਿ ਕਿਸੇ ਪ੍ਰੋਫੈਸ਼ਨਲ ਨੇ ਉਸ ਨੂੰ ਕਿਵੇਂ ਲਿਖਿਆ ਹੋਇਆ। ਹੁਣ ਆਪਾਂ ਗੱਲ ਕਰਾਂਗੇ ਓਵਰਵਿਊ ਦੀ, ਹੈ ਨਾ। ਟੀਚਰ ਨੇ ਤੁਹਾਨੂੰ ਗਾਈਡ ਕੀਤਾ ਕਿ ਤੁਸੀਂ ਆਹ ਚੀਜ਼ਾਂ ਓਵਰਵਿਊ ਦੇ ਵਿੱਚ ਲਿਖਣੀਆਂ ਹੁੰਦੀਆਂ ਨੇ ਜਾਂ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਜਦੋਂ ਆਪਾਂ ਓਵਰਵਿਊ ਲਿਖਾਂਗੇ। ਤਾਂ ਤੁਸੀਂ 8-10 ਓਵਰਵਿਊ ਟਰਾਈ ਕਰਨੇ ਆ ਅਤੇ ਸੇਮ ਡੇ ਨਾਲ ਟਰਾਈ ਕਰੋ ਜਿਸ ਦਿਨ ਤੁਸੀਂ ਇੰਟਰੋਡਕਸ਼ਨ ਟਰਾਈ ਕਰ ਰਹੇ ਹੋ, ਠੀਕ। ਇੱਕ ਦਿਨ ਇਕੱਲਾ ਇੰਟਰੋਡਕਸ਼ਨ ਨੂੰ ਦਿਓ ਕਿਉਂਕਿ ਆਪਾਂ ਇੱਕ ਪਾਰਟ ਸਿੱਖ ਲਿਆ, ਰਾਈਟ। ਫਿਰ ਨੈਕਸਟ ਡੇ ਤੁਸੀਂ ਦਿਓ ਸਿਰਫ ਆਪਾਂ ਓਵਰਵਿਊ ਸਿੱਖੀਏ ਕਿ ਓਵਰਵਿਊ ਕਿਵੇਂ ਲਿਖਣਾ ਹੈਗਾ। ਦੈਨ ਯੂ ਗੋ ਟੂ ਦਾ ਸੈਂਟੈਂਸਿਸ ਕਿ ਆਪਾਂ ਜਿਹੜੇ ਬੋਡੀ ਪੈਰਾਗ੍ਰਾਫਸ 2 ਲਿਖਦੇ ਹੈਗੇ ਆ ਉਹਨਾਂ 'ਚ ਇਨਫੋਰਮੇਸ਼ਨ ਦਿੰਦੇ ਆ, ਹੈ ਨਾ, ਜਾਂ ਡੇਟਾ ਪ੍ਰੋਵਾਈਡ ਕਰਦੇ ਹੈਗੇ ਆ ਜਾਂ ਉਹਨਾਂ ਨੂੰ ਕੰਪੇਅਰ ਕਰਦੇ ਹੈਗੇ ਕਿਸੇ ਵੀ ਤਰੀਕੇ ਨਾਲ। ਫਿਰ ਆਪਾਂ ਉਸ ਚੀਜ਼ 'ਤੇ ਖਿਆਲ ਰੱਖਣਾ ਕਿ ਉਹ ਕੰਪੈਰੀਜ਼ਨਸ ਕਿਵੇਂ ਕੀਤੇ ਜਾਂਦੇ ਨੇ, ਉਹ ਵੀ ਪਹਿਲਾਂ ਸਟਾਰਟਿੰਗ ਕਿਵੇਂ ਕਰਨੀ ਆ। ਜਾਂ ਆਪਾਂ ਸਟਰਕਚਰ ਸਿੱਖ ਲਈਏ, ਤੁਸੀਂ ਰੋਜ਼ 2 ਜਾਂ 3 ਸਟਰਕਚਰ ਸਿੱਖੋ। ਇਹ 'ਚ ਮੈਂ ਤੁਹਾਨੂੰ ਇੱਕ ਆਈਡੀਆ ਸ਼ੇਅਰ ਕਰਦਾ ਜਾਂ ਇੱਕ ਲਾਈਕ ਕੇਸ ਸਟੱਡੀ ਸ਼ੇਅਰ ਕਰਦਾ ਨਵਜੋਤ ਸਰ ਦੀ। ਹੀ ਵਾਜ਼ ਅ ਟੀਚਰ ਵਿਦ ਮੀ। ਉਹ ਕਹਿੰਦੇ ਕਿ ਜਦੋਂ ਮੈਂ ਫਸਟ ਡੇ ਆਇਲਸ ਦਾ ਪੇਪਰ ਦਿੱਤਾ ਸੀਗਾ ਜਾਂ ਟੈਸਟ ਅਟੈਂਪਟ ਕੀਤਾ ਸੀ ਕਲਾਸ ਦੇ ਵਿੱਚ, ਮੌਕ ਟੈਸਟ, ਤਾਂ ਹੀ ਸਕੋਰਡ 3 ਬੈਂਡ। ਉਹਨਾਂ ਨੇ ਇੰਪਰੂਵ ਕਿਵੇਂ ਕੀਤਾ ਆਪਣੇ ਆਪ ਨੂੰ, ਤਾਂ ਉਹਨਾਂ ਦਾ ਆਈਡੀਆ ਇਹ ਸੀਗਾ, ਉਹ ਕਹਿੰਦੇ ਮੈਂ ਘਰ ਜਾਂਦਾ ਸੀਗਾ, ਜੋ ਕਲਾਸ ਦੇ ਵਿੱਚ ਟੀਚਰ ਨੇ ਮੈਨੂੰ ਦੱਸਿਆ ਮੈਂ ਉਸ 'ਚੋਂ ਸਿਰਫ 2 ਜਾਂ 3 ਸੈਂਟੈਂਸਿਸ ਕੈਰੀ ਕਰਦਾ ਸੀ ਆਪਣੇ ਨਾਲ ਕਿ ਮੈਂ ਆਹ 2 ਜਾਂ 3 ਸੈਂਟੈਂਸਿਸ ਮੈਂ ਜ਼ਿਆਦਾ ਪ੍ਰੈਕਟਿਸ ਕਰਨੇ ਆ ਅਤੇ ਮੈਂ ਸਿਰਫ ਇੰਨਾ ਹੀ ਸਿੱਖਣਾ ਅੱਜ ਦੇ ਦਿਨ ਲਈ। ਤਾਂ ਉਹ ਇੱਦਾਂ ਕਰਦੇ ਸੀਗੇ। ਤਾਂ ਉਹ ਸਲੋਲੀ ਜਦੋਂ ਆਪਾਂ ਹਰ ਇੱਕ ਦਿਨ ਇਹ ਚੀਜ਼ਾਂ ਟਰਾਈ ਕਰਾਂਗੇ, 3-3, 4-4 ਸੈਂਟੈਂਸਿਸ ਆਪਾਂ ਡੇਲੀ ਸਿੱਖਦੇ ਰਹਾਂਗੇ, ਯੂ ਵਿਲ ਬੀ ਏਬਲ ਟੂ ਡੂ ਹੋਲ ਦਾ ਟਾਸਕ 1 ਡੇ, ਠੀਕ। ਆਪਾਂ ਇਕੱਠਾ ਟਰਾਈ ਨਹੀਂ ਕਰਨਾ ਚੀਜ਼ਾਂ ਨੂੰ ਕਰਨ ਦਾ। ਤਾਂ ਐਜ਼ ਅ ਸਟੂਡੈਂਟ ਤਾਂ ਮੇਰੀ ਤੁਹਾਨੂੰ ਇਹ ਗਾਈਡੈਂਸ ਸੀਗੀ ਕਿ ਆਪਾਂ ਸਟੈਪ ਬਾਈ ਸਟੈਪ ਕਰੀਏ, ਥੋੜ੍ਹੀਆਂ ਚੀਜ਼ਾਂ ਸਿੱਖੋ। ਸੈਂਟੈਂਸ ਕਿਉਂਕਿ ਇੱਕ ਬੇਸਿਕ ਯੂਨਿਟ ਆ ਟਾਸਕ ਨੂੰ ਲਿਖਣ ਦਾ, ਤਾਂ ਪਹਿਲਾਂ ਸੈਂਟੈਂਸਿਸ ਬਣਾਉਣੇ ਸਿੱਖਣੇ ਆ। ਸੋ ਇਹ ਜਨਰਲ ਆਪਣਾ ਸੀਗਾ ਜ਼ਿਆਦਾ ਟਾਸਕ 1 ਬਾਰੇ। ਨਾਓ ਲੈਟਸ ਟਾਕ ਅਬਾਊਟ ਟਾਸਕ 2। ਟਾਸਕ 2 ਦੇ ਵਿੱਚ ਬੇਸਿਕ ਆਪਾਂ ਕਹਿ ਦਈਏ ਕਿ 3 ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦੀ ਹੈ ਇੰਟਰੋਡਕਸ਼ਨ, ਦੈਨ ਬੋਡੀ ਪੈਰਾਗ੍ਰਾਫਸ ਐਂਡ ਦੈਨ ਕਨਕਲੂਜਨ। ਇੰਟਰੋਡਕਸ਼ਨ ਜ਼ਿਆਦਾਤਰ ਸਟੂਡੈਂਟਸ ਅੱਛੀ ਲਿਖ ਲੈਂਦੇ ਨੇ ਕਿਉਂਕਿ ਉਹਨਾਂ ਦੇ ਟੀਚਰ ਕਲਾਸ ਦੇ ਵਿੱਚ ਰੈਗੂਲਰਲੀ ਉਸ ਚੀਜ਼ ਨੂੰ ਤਾਂ ਪ੍ਰੈਕਟਿਸ ਕਰਵਾਉਂਦੇ ਹੀ ਰਹਿੰਦੇ ਨੇ। ਉਸ ਚੀਜ਼ 'ਤੇ ਤਾਂ ਬਹੁਤ ਖਾਸ ਖਿਆਲ ਰੱਖਿਆ ਜਾਂਦਾ ਕਿਉਂਕਿ ਜਦੋਂ ਵੀ ਆਪਾਂ ਟੌਪਿਕ ਕੋਈ ਸਟਾਰਟ ਕਰਦਾ ਟੀਚਰ ਐਕਸਪਲੇਨ ਕਰਨਾ, ਹੀ ਔਰ ਸ਼ੀ ਐਕਸਪਲੇਨਸ ਯੂ ਕਿ ਇੰਟਰੋਡਕਸ਼ਨ ਇੱਦਾਂ ਲਿਖਣੀ ਹੈਗੀ ਆ, ਇਸ ਤਰੀਕੇ ਨਾਲ ਤੁਸੀਂ ਆਪਣਾ ਆਈਡੀਆ ਦੇਣਾ ਉਸ ਦੇ ਵਿੱਚ। ਹੁਣ ਜਿੱਥੇ ਮੇਨ ਪ੍ਰੋਬਲਮ ਆਉਂਦੀ ਆ ਸਟੂਡੈਂਟਸ ਨੂੰ ਸਾਰਿਆਂ ਨੂੰ, ਉਹ ਕੀ ਆ, ਬੋਡੀ ਪੈਰਾਗ੍ਰਾਫਸ ਨੇ। ਉੱਥੇ ਸਟੂਡੈਂਟਸ ਕੀ ਕਰਦੇ ਆ, ਉਹ ਜਸਟ ਆਈਡੀਆਜ਼ ਲਿਖਦੇ ਰਹਿੰਦੇ ਆ ਆਪਣੇ, ਹੈ ਨਾ, ਜਾਂ ਉਹਨਾਂ ਨੂੰ ਲੱਗਦਾ ਕਿ ਮੈਨੂੰ ਲੱਗਦਾ ਕਿ ਆਹ ਰੈਲੇਵੈਂਟ ਆਈਡੀਆ ਅਤੇ ਲਾਈਕ ਗੋ ਇਨ ਫਲੋ, ਅਤੇ ਉਹ ਲਿਖਦੇ ਰਹਿੰਦੇ ਨੇ ਬਾਰ-ਬਾਰ ਉਹਨਾਂ ਚੀਜ਼ਾਂ ਨੂੰ। ਬਟ ਕਰਨਾ ਕੀ ਚਾਹੀਦਾ, ਹਾਊ ਟੂ ਲਰਨ ਦੈਟ ਕਿ ਆਪਾਂ ਬੋਡੀ ਪੈਰਾਗ੍ਰਾਫਸ ਕਿਵੇਂ ਲਿਖੀਏ। ਤੁਸੀਂ ਸਿਰਫ ਖਿਆਲ ਰੱਖਣਾ ਕਿ ਮੈਂ ਇੱਕ ਆਈਡੀਆ ਸਿਲੈਕਟ ਕੀਤਾ ਅਤੇ ਉਸ ਆਈਡੀਆ ਦੀ ਐਕਸਪਲੇਨੇਸ਼ਨ ਕਿਵੇਂ ਹੋਊਗੀ ਅਤੇ ਉਸ ਦੀ ਐਗਜ਼ਾਮਪਲ ਕਿਵੇਂ ਹੋਊਗੀ, ਕਿਉਂਕਿ ਬੋਡੀ ਪੈਰਾਗ੍ਰਾਫਸ ਦਾ ਜਿਹੜਾ ਬੇਸਿਕ ਯੂਨਿਟ ਆ ਉਹ ਇੱਕ ਆਈਡੀਆ ਅਤੇ ਉਹਦੀ ਐਕਸਪਲੇਨੇਸ਼ਨ ਆ। ਤੁਸੀਂ ਸਿਰਫ ਡੇਲੀ ਇੱਕੋ ਹੀ ਆਈਡੀਆ 'ਤੇ ਕੰਮ ਕਰਨਾ, ਉਹ ਆਈਡੀਆ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਨੀ ਅਲੱਗ-ਅਲੱਗ ਤਰੀਕਿਆਂ ਨਾਲ। ਉਹਦੇ ਨਾਲ ਹੋਊਗਾ ਕਿ ਤੁਹਾਨੂੰ ਆਈਡੀਆਜ਼ ਐਕਸਪਲੇਨ ਕਰਨੇ ਆ ਜਾਣਗੇ ਕਿ ਆਪਾਂ ਇਹ ਆਈਡੀਆ ਲਿਖਾਂਗੇ, ਮੈਂ ਇਸ ਦੀ ਇਹ ਐਕਸਪਲੇਨੇਸ਼ਨ ਦੇਵਾਂਗਾ ਅਤੇ ਮੈਂ ਇਸ ਦਾ ਇਹ ਐਗਜ਼ਾਮਪਲ ਦੇ ਸਕਦਾ। ਜਦੋਂ ਤੁਸੀਂ ਇਹ ਚੀਜ਼ ਬਣਾਉਣੀ ਸਿੱਖ ਗਏ, ਇਸ ਤੋਂ ਬਾਅਦ ਇੱਕ ਐਗਜ਼ਾਮਪਲ ਦਿਓ ਜਾਂ ਇੱਕ ਆਈਡੀਆ ਐਕਸਪਲੇਨ ਕਰੋ ਜਾਂ ਦੂਸਰਾ ਕਰੋ ਜਾਂ ਤੀਸਰਾ ਕਰੋ ਜਾਂ ਚੌਥਾ ਕਰੋ, ਤਾਂ ਤੁਸੀਂ ਉਹ ਚੀਜ਼ ਨੂੰ ਸਿੱਖ ਪਾਏ, ਰਾਈਟ। ਤਾਂ ਇੱਕ ਆਈਡੀਆ, ਉਸ ਦੀ ਐਕਸਪਲੇਨੇਸ਼ਨ ਪਲੱਸ ਉਸ ਦੀ ਐਗਜ਼ਾਮਪਲ, ਯੂ ਨੀਡ ਟੂ ਵਰਕ ਔਨ ਇਟ। ਇਹੀ ਚੀਜ਼ ਰਿਪੀਟ ਹੋਣੀ ਹੈ ਕਿਉਂਕਿ ਹਰ ਇੱਕ ਟਾਸਕ ਦੇ ਵਿੱਚ ਇਹ ਬੇਸਿਕ ਯੂਨਿਟ ਆ ਉਸ ਚੀਜ਼ ਦਾ, ਰਾਈਟ। ਐਂਡ ਲਾਸਟਲੀ ਜਦੋਂ ਆਪਾਂ ਕਨਕਲੂਜਨ ਲਿਖਦੇ ਹਾਂ ਤਾਂ ਦੈਟ ਸ਼ੁੱਡ ਬੀ ਅ ਕੰਬੀਨੇਸ਼ਨ ਆਫ ਬੋਥ ਦਾ ਪੈਰਾਗ੍ਰਾਫਸ। ਦੋਨਾਂ ਪੈਰਾਗ੍ਰਾਫਸ ਦੇ ਵਿੱਚੋਂ ਜਿਹੜਾ ਤੁਹਾਨੂੰ ਲੱਗਦਾ ਕਿ ਮੇਰਾ ਮੇਨ ਆਈਡੀਆ, ਤਾਂ ਤੁਸੀਂ ਉਸ ਨੂੰ ਪਿਕ ਕਰ ਲੈਣਾ, ਉਸ ਦੇ ਬਾਰੇ ਜਸਟ ਬੇਸਿਕ ਇਨਫੋਰਮੇਸ਼ਨ ਜਾਂ ਬਹੁਤ 2-4 ਵਰਡਸ ਉਹਦੇ ਬਾਰੇ ਲਿਖ ਦੇਣੇ ਨੇ। ਸੈਕਿੰਡ ਬੋਡੀ ਪੈਰਾਗ੍ਰਾਫ 'ਚ ਕੋਈ ਨਾ ਕੋਈ ਇਨਫੋਰਮੇਸ਼ਨ ਸਿਲੈਕਟ ਕਰ ਲੈਣੀ ਆ,
ਠੀਕ, ਉਹਦੇ ਵਿੱਚੋਂ ਕੁਛ ਨਾ ਕੁਛ ਆਈਡੀਆਜ਼ ਲਿਖਦੇ ਨੇ। ਤੁਹਾਡਾ ਕਨਕਲੂਜਨ ਹੈ ਜਿਹੜਾ ਉਹ ਬੋਡੀ ਪੈਰਾਗ੍ਰਾਫਸ ਤੋਂ ਤੇ ਇੰਟਰੋਡਕਸ਼ਨ ਤੋਂ ਬਾਹਰ ਨਹੀਂ ਹੋਣਾ ਚਾਹੀਦਾ, ਮੀਨਸ ਦੈਟ ਸ਼ੁੱਡ ਬੀ ਪ੍ਰੋਪਰਲੀ ਰੈਲੇਵੈਂਟ ਟੂ ਦੈਟ। ਤਾਂ ਇਹ ਸੀਗੀ ਸਟੂਡੈਂਟਸ ਨੂੰ ਗਾਈਡੈਂਸ। ਐਜ਼ ਅ ਟੀਚਰ ਆਪਾਂ ਨੂੰ ਕੀ ਪੜ੍ਹਾਉਣਾ ਚਾਹੀਦਾ, ਜਾਂ ਐਜ਼ ਅ ਟੀਚਰ ਆਪਾਂ ਕਿਸ ਚੀਜ਼ ਤੇ ਫੋਕਸ ਕਰੀਏ। ਤਾਂ ਐਜ਼ ਅ ਟੀਚਰ ਦਾ ਮੇਰੇ ਖਿਆਲ 'ਚ ਇੱਕੋ ਹੀ ਕੰਮ ਆ ਕਿ ਉਹ ਬੈਂਡ ਡਿਸਕ੍ਰਿਪਟਰਸ ਨੂੰ ਆਪਣੇ ਨਾਲ ਲੈ ਕੇ ਚੱਲੇ। ਉਹ ਦੇਖੇ ਕਿ ਆਪਾਂ ਜੇ ਕੋਈ ਬੱਚਾ ਟਾਸਕ ਲਿਖ ਰਿਹਾ ਜਾਂ ਮੈਂ ਟਾਸਕ ਐਕਸਪਲੇਨ ਕਰ ਰਿਹਾ ਕਿਸੇ ਬੱਚੇ ਨੂੰ, ਕਿ ਉਹ ਜਿਹੜਾ ਆਇਲਸ ਦਾ ਬੈਂਡ ਕ੍ਰਾਈਟੀਰੀਆ ਉਹਨੂੰ ਫਿਲਫਿਲ ਕਰ ਰਿਹਾ। ਜਿਵੇਂ ਕਿ ਐਜ਼ ਅ ਟੀਚਰ ਤਾਂ ਸਾਰੇ ਜਾਣਦੇ ਹੀ ਹੋਣਗੇ ਕਿ ਟੋਟਲ ਲਾਈਕ 4 ਬੇਸਿਸ ਤੇ ਬੈਂਡ ਸਕੋਰ ਦਿੱਤੇ ਜਾਂਦੇ ਨੇ। ਦੈਟ ਇਜ਼, ਜੇ ਆਪਾਂ ਟਾਸਕ 1 ਤੋਂ ਸਟਾਰਟ ਕਰਦੇ ਹਾਂ, ਦੈਟ ਇਜ਼ ਟਾਸਕ ਅਚੀਵਮੈਂਟ, ਲੈਕਸੀਕਲ ਰਿਸੋਰਸਿਸ, ਕੋਹੇਜਨ ਐਂਡ ਕੋਹਰੈਂਸ, ਐਂਡ ਲਾਸਟ ਇਜ਼ ਗ੍ਰਾਮਰ, ਰੇਂਜ ਐਂਡ ਐਕੂਰੇਸੀ। ਟਾਸਕ ਅਚੀਵਮੈਂਟ ਦੇ ਵਿੱਚ ਆਪਾਂ ਕੀ ਦੱਸਣਾ ਬੱਚੇ ਨੂੰ ਕਿ ਜਿਹੜਾ ਵੀ ਆਪਾਂ ਟਾਸਕ ਲਿਖ ਰਹੇ ਹੈਗੇ ਆ ਉਹ ਫੁੱਲੀ ਉਹਨੂੰ ਐਕਸਪਲੇਨ ਕਰਦਾ ਹੋਵੇ ਜਾਂ ਫੁੱਲੀ ਸੈਟਿਸਫਾਈਜ਼ ਆਲ ਦਾ ਰਿਕੁਆਇਰਮੈਂਟਸ ਆਫ ਦਾ ਟਾਸਕ। ਟਾਸਕ ਦੀਆਂ ਰਿਕੁਆਇਰਮੈਂਟਸ ਕੀ ਨੇ ਉਹ ਆਲਰੇਡੀ ਕੁਐਸਚਨ ਦੇ ਵਿੱਚ ਲਿਖੀਆਂ ਹੁੰਦੀਆਂ ਨੇ। ਕੁਐਸਚਨ ਦੇ ਵਿੱਚ ਕੀ ਹੁੰਦਾ, ਆਪਾਂ ਨੂੰ ਜਨਰਲੀ ਇੱਕ ਸਟੇਟਮੈਂਟ ਦਿੱਤੀ ਹੁੰਦੀ ਹੈ, ਇੱਕ ਇੰਟਰੋਡਕਸ਼ਨ ਦਿੱਤੀ ਹੁੰਦੀ ਹੈ ਕਿਸੇ ਵੀ ਮੈਪ ਗ੍ਰਾਫ ਬਾਰੇ ਜੋ ਵੀ ਆਪਾਂ ਕਰਨ ਜਾ ਰਹੇ ਹਾਂ। ਇਸ ਤੋਂ ਬਾਅਦ ਇੱਕ ਸੈਂਟੈਂਸ ਲਿਖਿਆ ਹੁੰਦਾ, ਦੈਟ ਇਜ਼ ਸਮਰਾਈਜ਼ ਦਾ ਗਿਵਨ ਇਨਫੋਰਮੇਸ਼ਨ ਬਾਏ ਸਿਲੈਕਟਿੰਗ ਐਂਡ ਰਿਪੋਰਟਿੰਗ ਦਾ ਮੇਨ ਫੀਚਰਸ। ਐਂਡ ਇਸ ਤੋਂ ਬਾਅਦ ਲਿਖਿਆ ਹੁੰਦਾ ਮੇਕ ਕੰਪੈਰੀਜ਼ਨਸ ਵੇਅਰ ਰੈਲੇਵੈਂਟ, ਐਂਡ ਲਾਸਟ ਤੇ ਇੱਕ ਛੋਟਾ ਜਿਹਾ ਨੋਟ ਦਿੱਤਾ ਹੁੰਦਾ, ਦੈਟ ਇਜ਼ ਰਾਈਟ ਐਟ ਲੀਸਟ 150 ਵਰਡਸ। ਤਾਂ ਟਾਸਕ ਦੀ ਰਿਕੁਆਇਰਮੈਂਟ ਕੀ ਆ, ਉਹ ਕਹਿੰਦੇ ਸਮਰਾਈਜ਼ ਦਾ ਗਿਵਨ ਇਨਫੋਰਮੇਸ਼ਨ ਬਾਏ ਸਿਲੈਕਟਿੰਗ ਐਂਡ ਰਿਪੋਰਟਿੰਗ ਦਾ ਮੇਨ ਫੀਚਰਸ। ਤਾਂ ਆਪਾਂ ਨੂੰ ਕਿਹਾ ਜਾ ਰਿਹਾ ਕਿ ਇੱਕ ਸਮਰੀ ਤਿਆਰ ਕਰੋ। ਉਹ ਤੁਸੀਂ ਕਰਨਾ ਕੀ ਆ, ਤੁਸੀਂ ਸਿਲੈਕਟ ਤੇ ਰਿਪੋਰਟ ਕਰਨੇ ਨੇ ਸਿਰਫ ਮੇਨ ਫੀਚਰਸ। ਤਾਂ ਆਪਾਂ ਨੂੰ ਕਿਹਾ ਗਿਆ ਕਿ ਸਾਰਾ ਨਹੀਂ ਲਿਖਣਾ, ਜਸਟ ਕੀ ਲਿਖਣਾ ਨਾ, ਮੇਨ ਫੀਚਰਸ ਲਿਖਣੇ ਨੇ, ਰਾਈਟ। ਨੈਕਸਟ ਇਜ਼ ਮੇਕ ਕੰਪੈਰੀਜ਼ਨਸ ਵੇਅਰ ਰੈਲੇਵੈਂਟ। ਇਟ ਇਜ਼ ਇੰਪੋਰਟੈਂਟ ਟੂ ਮੇਕ ਕੰਪੈਰੀਜ਼ਨਸ। ਜਦੋਂ ਵੀ ਆਪਾਂ ਆਇਲਸ ਦੇ ਵਿੱਚ ਕੁਝ ਵੀ ਲਿਖ ਰਹੇ ਹੈਗੇ ਆ, ਪਾਰਟੀਕੂਲਰਲੀ ਇਨ ਟਾਸਕ 1, ਤਾਂ ਤੁਸੀਂ ਕੰਪੇਅਰ ਕਰਨੀਆਂ ਨੇ ਚੀਜ਼ਾਂ, ਇਹ ਜ਼ਰੂਰੀ ਆ। ਸੈਕਿੰਡ ਬਾਰੇ ਆਪਾਂ ਗੱਲ ਕਰਦੇ, ਦੈਟ ਇਜ਼ ਲੈਕਸੀਕਲ ਰਿਸੋਰਸਿਸ। ਤਾਂ ਦੈਟਸ ਅਬਾਊਟ ਵੋਕੈਬੂਲਰੀ। ਯੂ ਨੀਡ ਟੂ ਯੂਜ਼ ਡਿਫਰੈਂਟ ਵਰਡਸ। ਆਪਾਂ ਅਲੱਗ-ਅਲੱਗ ਵਰਡਸ ਯੂਜ਼ ਕਰਨੇ ਆ, ਕਿਸੇ ਵਰਡ ਨੂੰ ਰਿਪੀਟ ਨਹੀਂ ਕਰਨਾ। ਤੇ ਆਪਣੇ ਜਿਹੜੇ ਵਰਡਸ ਆ ਉਹ ਐਕੂਰੇਟ ਹੋਣੇ ਚਾਹੀਦੇ ਆ। ਲਾਈਕ ਆਪਾਂ ਕਹਿ ਸਕਦੇ ਕਿ ਮੋਸਟ ਐਪਰੋਪ੍ਰੀਏਟ ਵਰਡ ਹੋਣਾ ਚਾਹੀਦਾ ਉਸ ਪੋਜੀਸ਼ਨ ਤੇ ਜਿੱਥੇ ਆਪਾਂ ਉਹਨੂੰ ਯੂਜ਼ ਕਰ ਰਹੇ ਹਾਂ। ਐਂਡ ਨੈਕਸਟ ਇਜ਼ ਕੋਹੇਜਨ ਐਂਡ ਕੋਹਰੈਂਸ। ਤਾਂ ਉਹਦੇ ਵਿੱਚ ਕੀ ਆ ਜਾਂਦਾ ਕਿ ਆਪਾਂ ਆਈਡੀਆਜ਼ ਆ ਜਿਹੜੇ ਉਹਨੂੰ ਲੌਜੀਕਲੀ ਅਰੇਂਜ ਕੀਤਾ ਹੋਵੇ, ਇੰਪੋਰਟੈਂਟ ਚੀਜ਼ ਉੱਪਰ ਲਿਖੀ ਹੋਵੇ, ਘੱਟ ਇੰਪੋਰਟੈਂਟ ਉਸ ਤੋਂ ਨੀਚੇ, ਤਾਂ ਪ੍ਰਾਇਓਰੀਟਾਈਜ਼ ਕੀਤਾ ਹੋਵੇ ਚੀਜ਼ਾਂ ਨੂੰ। ਤੇ ਐਂਡ ਪੈਰਾਗ੍ਰਾਫਿੰਗ ਸ਼ੁੱਡ ਬੀ ਰੀਜ਼ਨੇਬਲ, ਰਾਈਟ। ਆਪਾਂ ਇੱਕ ਪੈਰਾਗ੍ਰਾਫ ਦੇ ਵਿੱਚ ਇੱਕ ਤਰੀਕੇ ਦੀ ਹੀ ਇਨਫੋਰਮੇਸ਼ਨ ਦੇਣੀ ਆ, ਤੁਸੀਂ ਚੀਜ਼ਾਂ ਨੂੰ ਮਿਕਸ ਨਹੀਂ ਕਰਨਾ, ਪ੍ਰਾਇਓਰੀਟਾਈਜ਼ ਕਰਨਾ ਹੈਗਾ ਆਈਡੀਆਜ਼ ਨੂੰ। ਐਂਡ ਉਹਨਾਂ ਦਾ ਸੀਕੁਐਂਸ ਜਿਵੇਂ ਦਾ ਬਣਦਾ ਉੱਦਾਂ ਦਾ ਹੀ ਅਰੇਂਜ ਕਰਨਾ, ਰਾਈਟ। ਫੋਰ ਐਗਜ਼ਾਮਪਲ ਜਿਵੇਂ ਆਪਾਂ ਗੱਲ ਕਰਦੇ ਆ ਕਿ ਆਪਾਂ ਨੂੰ ਈਅਰਸ ਦਿੱਤੇ ਹੋਏ ਨੇ, ਤਾਂ 90 to 2000 ਤੱਕ ਦੀ ਗੱਲ ਕੀਤੀ ਹੋਈ ਆ। ਤਾਂ ਆਪਾਂ 1990 ਦੀ ਗੱਲ ਕੀਤੀ, 91, 92, 93, 94, ਤਾਂ ਆਪਾਂ ਨੇ ਇਹਦਾ ਸੀਕੁਐਂਸ 'ਚ ਜਾਣਾ ਚਾਹੀਦਾ। ਤਾਂ ਉਸ ਤਰੀਕੇ ਨਾਲ ਆਈਡੀਆਜ਼ ਤੁਹਾਡੇ ਫਲੋ ਦੇ ਵਿੱਚ ਹੋਣੇ ਚਾਹੀਦੇ ਆ। ਨੈਕਸਟ ਇਜ਼ ਗ੍ਰਾਮਰ, ਰੇਂਜ ਐਂਡ ਐਕੂਰੇਸੀ। ਯੂ ਨੀਡ ਟੂ ਲਰਨ ਦਾ ਸਟਰਕਚਰਸ। ਜਿਵੇਂ ਕਿ ਮੈਂ ਸਟਾਰਟਿੰਗ ਤੇ ਵੀ ਗੱਲ ਕੀਤੀ ਕਿ ਸਟੂਡੈਂਟ ਨੇ ਕੀ ਕਰਨਾ ਹੁੰਦਾ, ਉਹਨੇ ਅਲੱਗ-ਅਲੱਗ ਸੈਂਟੈਂਸਿਸ ਨੂੰ ਯਾਦ ਕਰਨਾ ਹੁੰਦਾ, ਉਹਨੇ ਮੈਮੋਰਾਈਜ਼ ਕਰਨਾ ਹੁੰਦਾ ਕਿ ਇਦਾਂ ਦਾ ਇੱਕ ਸੈਂਟੈਂਸ ਲਿਖਿਆ ਜਾ ਸਕਦਾ। ਉਹਦੇ ਕੋਲ ਆਈਡੀਆ ਹੋਵੇ ਕਿ ਇਦਾਂ ਦਾ ਆਪਾਂ ਸੈਂਟੈਂਸ ਲਿਖ ਸਕਦੇ ਹੈਗੇ ਆ। ਦਿਸ ਵਿਲ ਹੈਲਪ ਹਿਮ ਕਿ ਉਹ ਵਾਈਡ ਰੇਂਜ ਆਫ ਸਟਰਕਚਰਸ ਯੂਜ਼ ਕਰੇ, ਗ੍ਰਾਮਰ ਰੇਂਜ ਲੈ ਕੇ ਆਵੇ। ਐਂਡ ਐਕੂਰੇਸੀ ਉਹ ਆਪਣੇ ਟੀਚਰ ਦਾ ਕੰਮ ਹੈਗਾ ਕਿ ਉਹਨੂੰ ਦੱਸਦਾ ਰਹੇ ਕਿ ਤੁਹਾਡੀਆਂ ਆਹ ਮਿਸਟੇਕਸ ਆ, ਤੁਸੀਂ ਜਨਰਲੀ ਇਦਾਂ ਦੀਆਂ ਮਿਸਟੇਕਸ ਕਰਦੇ ਹੈਗੇ ਹੋ। ਐਂਡ ਦ ਲਾਸਟ ਇਜ਼ ਗ੍ਰਾਮਰ, ਰੇਂਜ ਐਂਡ ਐਕੂਰੇਸੀ। ਉਹ ਕੀ ਆ, ਜਦੋਂ ਆਪਾਂ ਸਟੂਡੈਂਟ ਨੂੰ ਪੜ੍ਹਾਉਣੇ ਆ ਤਾਂ ਆਪਾਂ ਡੇਲੀ ਉਹਨਾਂ ਨੂੰ ਸਟਰਕਚਰਸ ਜਾਂ ਲਾਈਨਸ ਲਿਖ ਕੇ ਦਿੰਦੇ ਆ ਕਿ ਤੁਸੀਂ ਇਦਾਂ ਦਾ ਕੁਝ ਲਿਖ ਸਕਦੇ ਹੋ ਟਾਸਕ ਦੇ ਵਿੱਚ। ਤਾਂ ਉਹ ਜਿਵੇਂ ਸਟੂਡੈਂਟ ਵੈਰਾਈਟੀ ਆਫ ਸੈਂਟੈਂਸਿਸ ਯਾਦ ਕਰਦਾ ਹੈਗਾ, ਉਹਨਾਂ ਨੂੰ ਮੈਮੋਰਾਈਜ਼ ਕਰਦਾ, ਉਹਨਾਂ ਨੂੰ ਆਪਣੀ ਅੰਡਰਸਟੈਂਡਿੰਗ ਬਣਾ ਲੈਂਦਾ, ਤਾਂ ਇਹ ਸਟੂਡੈਂਟ ਦੀ ਹੈਲਪ ਕਰਦਾ ਹੈਗਾ ਜ਼ਿਆਦਾ ਬੈਂਡ ਸਕੋਰ ਦੇ ਵਿੱਚ। ਸੋ ਇਹ ਸੀਗੇ 4 ਕ੍ਰਾਈਟੀਰੀਆਜ਼ ਜਿਨ੍ਹਾਂ ਤੇ ਲਾਈਕ ਐਜ਼ ਅ ਟੀਚਰ ਆਪਾਂ ਨੂੰ ਕੰਮ ਕਰਨਾ ਚਾਹੀਦਾ। ਤੇ ਜਦੋਂ ਆਪਾਂ ਇੱਕ ਟਾਸਕ ਐਕਸਪਲੇਨ ਕਰਤਾ ਕਿਸੇ ਵੀ ਸਟੂਡੈਂਟ ਨੂੰ ਪ੍ਰੋਪਰਲੀ, ਤਾਂ ਉਹਨੂੰ ਦੱਸਣਾ ਕਿ ਆਹ ਸਾਰੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਦੇ ਬੇਸਿਸ ਤੇ ਤੁਹਾਨੂੰ ਜੱਜ ਕੀਤਾ ਜਾਣਾ ਉੱਥੇ। ਇਹਨਾਂ ਸਾਰਿਆਂ ਦੇ ਵਿੱਚ ਹੁੰਦਾ ਕੀ ਆ, ਇਹਨਾਂ ਚਾਰ ਜਿਹੜੇ ਡਿਸਕ੍ਰਿਪਟਰਸ ਨੇ, ਇਹਨਾਂ ਦੇ ਵਿੱਚੋਂ 9 'ਚੋਂ ਤੁਹਾਨੂੰ ਬੈਂਡ ਸਕੋਰ ਦਿੱਤਾ ਜਾਂਦਾ। 6 ਕਮੈਂਟਸ ਐਗਜ਼ਾਮੀਨਰ ਹੋਰ ਕਰਦਾ ਹੈਗਾ ਆਪਣੇ ਜਿਹੜੀ ਆਨਸਰ ਸ਼ੀਟ ਹੁੰਦੀ ਆ ਉਸ ਤੇ। ਉਹਨਾਂ 'ਚ ਫਸਟ ਹੈਗਾ ਅੰਡਰ ਲੈਂਥ, ਸੈਕਿੰਡ ਹੈਗਾ ਨੰਬਰ ਆਫ ਵਰਡਸ, ਐਂਡ ਥਰਡ ਇਜ਼ ਪੈਨਲਟੀ। ਤੇ 3 ਇਸ ਤੋਂ ਇਲਾਵਾ ਹੁੰਦੇ ਨੇ ਜਿਨ੍ਹਾਂ ਦੀ ਆਪਾਂ ਨੂੰ ਪੈਨਲਟੀ ਪੈਂਦੀ ਹੈਗੀ ਆ। ਉਹ ਕਿਹੜੇ ਨੇ? ਇੱਕ ਹੈਗਾ ਮੈਮੋਰਾਈਜ਼ਡ ਕੰਟੈਂਟ। ਤੁਸੀਂ ਮੈਮੋਰਾਈਜ਼ਡ ਕੰਟੈਂਟ ਕਿੰਨਾ ਲਿਖ ਕੇ ਆਓ, ਇਸ ਚੀਜ਼ ਦੀ ਤੁਹਾਨੂੰ ਪੈਨਲਟੀ ਪੈਣੀ ਹੈਗੀ ਆ। ਸੈਕਿੰਡ ਹੈਗਾ ਆਫ ਟਾਪਿਕ। ਤੁਸੀਂ ਆਫ ਟਾਪਿਕ ਕਿੰਨਾ ਲਿਖਿਆ, ਕਿੰਨੀਆਂ ਤੁਸੀਂ ਗੱਲਾਂ ਲਿਖੀਆਂ ਜਿਹੜੀਆਂ ਇਰਰੈਲੇਵੈਂਟ ਨੇ ਟਾਪਿਕ ਤੋਂ। ਐਂਡ ਦ ਲਾਸਟ ਵਨ ਇਜ਼ ਐਲੀਜੀਬਲ, ਮੀਨਸ ਕਿ ਉਹ ਵਰਡਸ ਜਿਹੜਾ ਐਗਜ਼ਾਮੀਨਰ ਤੁਹਾਡੇ ਸਮਝ ਹੀ ਨਹੀਂ ਪਾਇਆ। ਕੋਈ ਸਟੂਡੈਂਟਸ ਦੀ ਗੰਦੀ ਹੈਂਡ ਰਾਈਟਿੰਗ ਹੁੰਦੀ ਆ ਤੇ ਐਗਜ਼ਾਮੀਨਰ ਉਹਨੂੰ ਸਮਝ ਨਹੀਂ ਪਾਉਂਦਾ ਕਿ ਇਹ ਵਰਡ ਕੀ ਲਿਖਿਆ, ਤਾਂ ਇਹ ਵੀ ਐਗਜ਼ਾਮੀਨਰ ਉੱਥੇ ਲਿਖਦਾ ਹੈਗਾ। ਤਾਂ ਇਹਨਾਂ ਤਿੰਨਾਂ ਦੀ ਤੁਹਾਨੂੰ ਪੈਨਲਟੀ ਪੈਂਦੀ ਆ। ਚੌਥੀ ਪੈਨਲਟੀ ਪੈਂਦੀ ਹੈਗੀ ਆਪਾਂ ਨੂੰ ਅੰਡਰ ਲੈਂਥ ਦੀ। ਨੰਬਰ ਆਫ ਵਰਡਸ ਵੀ ਐਗਜ਼ਾਮੀਨਰ ਤੁਹਾਡੇ ਕਾਊਂਟ ਕਰੂਗਾ ਉੱਥੇ, ਤਾਂ ਖਿਆਲ ਰੱਖਿਓ ਟਾਸਕ 1 ਦੇ ਵਿੱਚ 150, ਟਾਸਕ 2 ਦੇ ਵਿੱਚ 250+ ਵਰਡਸ ਹੋਣ ਹੀ ਹੋਣ। ਐਂਡ ਤੇ ਟੌਪਿਕ ਦੇ ਨਾਲ ਸਟਿਕ ਕਰਨਾ, ਠੀਕ। ਤੇ ਮੈਮੋਰਾਈਜ਼ ਕੰਟੈਂਟ ਨਹੀਂ ਲਿਖ ਕੇ ਆਉਣਾ ਕਿਉਂਕਿ ਇਸ ਦੀ ਤੁਹਾਨੂੰ ਪੈਨਲਟੀ ਪੈਣੀ ਹੀ ਹੈਗੀ ਆ ਉੱਥੇ। ਤਾਂ ਦਿਸ ਵਾਜ਼ ਆਲ ਅਬਾਊਟ ਆਇਲਸ ਰਾਈਟਿੰਗ। ਮੈਂ ਟਾਸਕ 1 ਜ਼ਿਆਦਾ ਐਕਸਪਲੇਨ ਕੀਤਾ। ਟਾਸਕ 2 ਦੇ ਵਿੱਚ ਚੀਜ਼ਾਂ ਸਿਮਿਲਰ ਨੇ, ਬਸ ਇੱਕ ਸਿਰਫ ਟਾਸਕ ਰਿਸਪੌਂਸ ਦਾ ਫਰਕ ਪੈਂਦਾ। ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਜੋ ਕੁਐਸਚਨ ਆਪਾਂ ਨੂੰ ਪੁੱਛਿਆ ਗਿਆ, ਜੋ ਉਹਦੇ ਨਾਲ ਰਿਲੇਟਡ
ਆਈਡੀਆਜ਼ ਨੇ ਉਹ ਆਪਾਂ ਸਾਰੇ ਦੇ ਸਾਰੇ ਐਕਸਪਲੇਨ ਕੀਤੇ ਹੋਣ, ਪ੍ਰੋਪਰਲੀ ਐਕਸਪਲੇਨਡ ਹੋਣ। ਕੋਈ ਵੀ ਪਾਰਟ ਕੁਐਸਚਨ ਦਾ ਅਨਟੱਚਡ ਨਹੀਂ ਹੋਣਾ ਚਾਹੀਦਾ ਤੁਹਾਡੇ ਦੁਆਰਾ। ਤੁਸੀਂ ਉਹ ਹਰੇਕ ਚੀਜ਼ ਨੂੰ ਟੱਚ ਕਰਨਾ ਜੋ ਵੀ ਕੁਐਸਚਨ ਦੇ ਵਿੱਚ ਪੁੱਛਿਆ ਗਿਆ। ਐਂਡ ਲਾਸਟਲੀ ਜੋ ਵੀ ਤੁਸੀਂ ਲਿਖ ਕੇ ਆਉਣੇ ਉਹਨੂੰ ਫੁੱਲੀ ਐਕਸਪਲੇਨ ਕਰਨਾ ਹੈਗਾ। ਐਕਸਪਲੇਨੇਸ਼ਨ ਇਜ਼ ਦ ਕੀ ਜੇ ਆਪਾਂ ਜ਼ਿਆਦਾ ਸਕੋਰ ਚਾਹੁੰਦੇ ਹਾਂ ਆਇਲਸ ਦੇ ਵਿੱਚ ਤਾਂ, particularly in writing. So thank you. That's all about IELTS writing. ਅਗਰ ਤੁਸੀਂ ਵੀ ਇਸ ਵੀਡੀਓ ਦੇ ਐਂਡ ਤੱਕ ਆਏ ਹੋ ਤੇ ਤੁਸੀਂ ਵੀ ਜ਼ਰੂਰ ਮੇਰੀ ਤਰ੍ਹਾਂ ਇਨਸਪਾਇਰ ਹੋਏ ਹੋਵੋਗੇ। ਦੋਸਤੋ, ਤੁਹਾਨੂੰ ਪਤਾ ਹੈ ਕਿ ਅਸੀਂ ਸਾਰੇ ਵੱਡੇ ਸੁਪਨੇ ਵੇਖਦੇ ਹਾਂ, ਪਰ ਸਾਡੇ ਚੋਂ ਕੁਝ ਹੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਉਹ ਸੁਪਨੇ ਪੂਰੇ ਹੋ ਪਾਉਂਦੇ ਨੇ। ਔਰ ਅਗਰ ਤੁਸੀਂ ਕਦੀ ਨੋਟਿਸ ਕੀਤਾ ਹੋਏ ਤਾਂ ਜ਼ਿਆਦਾਤਰ ਲੋਕ ਜਿਨ੍ਹਾਂ ਦੇ ਸੁਪਨੇ ਪੂਰੇ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਕਾਮਨ ਸਕਿੱਲ ਹੁੰਦੀ ਹੈ। ਉਹ ਸਕਿੱਲ ਕੀ ਹੁੰਦੀ ਹੈ? ਅੱਛੀ ਕਮਿਊਨੀਕੇਸ਼ਨ ਸਕਿੱਲਸ ਤੇ ਇੰਗਲਿਸ਼ ਸਪੀਕਿੰਗ ਸਕਿੱਲ। ਅਤੇ ਅਸੀਂ ਵੀ ਇਸ ਸਕਿੱਲ ਨੂੰ ਮਾਸਟਰ ਕਰ ਸਕਦੇ ਹਾਂ ਜੋਸ਼ ਸਕਿੱਲਸ ਐਪ ਦੇ ਨਾਲ। ਇੱਥੇ ਸਾਨੂੰ ਮਿਲਦੀ ਹੈ ਡੇਲੀ ਵੋਕੈਬਲਰੀ, ਗ੍ਰਾਮਰ, ਰੀਡਿੰਗ, ਰਾਈਟਿੰਗ ਪ੍ਰੈਕਟਿਸ ਦੇ ਨਾਲ ਸਾਡੇ ਜਿਹੇ ਲੱਖਾਂ ਸਟੂਡੈਂਟਸ ਦੇ ਨਾਲ ਇੰਗਲਿਸ਼ ਵਿੱਚ ਗੱਲ ਕਰਨ ਦਾ ਮੌਕਾ, ਜਿਹਦੇ ਨਾਲ ਅਸੀਂ ਵੀ ਆਪਣੀ ਇੰਗਲਿਸ਼ ਦੀ ਫਲੂਐਂਸੀ ਨੂੰ ਇੰਪਰੂਵ ਕਰ ਸਕਦੇ ਹਾਂ। ਤੇ ਚਲੋ ਅੱਜ ਹੀ ਆਪਣੇ ਸੁਪਨਿਆਂ ਵੱਲ ਪਹਿਲਾ ਕਦਮ ਚੁੱਕਦੇ ਹਾਂ ਭਾਰਤ ਦੀ ਨੰਬਰ 1 ਸਪੋਕਨ ਇੰਗਲਿਸ਼ ਲਰਨਿੰਗ ਐਪ ਜੋਸ਼ ਸਕਿੱਲਸ ਦੇ ਨਾਲ। जोश टॉक्स ਹੁਣ Spotify ਐਕਸਕਲੂਸਿਵ ਪੋਡਕਾਸਟ ਹੈ, ਜਿਹਦੇ ਨਾਲ ਜੋਸ਼ ਟਾਕਸ ਦੀਆਂ ਸਾਰੀਆਂ ਕਹਾਣੀਆਂ ਆਡੀਓ ਫਾਰਮੈਟ 'ਚ ਵੀ ਉਪਲਬਧ ਹੋਣਗੀਆਂ ਸਿਰਫ ਤੇ ਸਿਰਫ Spotify ਤੇ ਹਾਂ, ਜੇ ਇਹ ਵੀਡੀਓ ਚੰਗੀ ਲੱਗੀ ਤਾਂ ਜੋਸ਼ ਟਾਕਸ ਪੋਡਕਾਸਟ ਨੂੰ ਤੁਸੀਂ Spotify ਤੇ ਫੋਲੋ ਕਰ ਸਕਦੇ ਹੋ ਐਂਡ ਸੁਣ ਸਕਦੇ ਹੋ ਇਹ ਜਿਹੀਆਂ ਹੋਰ ਬਹੁਤ ਸਾਰੀਆਂ ਇਨਸਪਾਇਰਿੰਗ ਕਹਾਣੀਆਂ ਸਿਰਫ Spotify ਤੇ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।